ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਨਵਜੋਤ ਕੌਰ ਹੈ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਰਾਈਟਿੰਗ ਟਾਸਕ 2 ਕਰਾਂਗੇ ਆਈਲੈਟਸ ਦਾ। ਕਾਫੀ ਸਾਰੇ ਬੱਚਿਆਂ ਨੂੰ ਡਾਊਟ ਆ ਰਾਈਟਿੰਗ ਟਾਸਕ 2 ਲਿਖਣ ਦੇ ਵਿੱਚ, ਉਹਦੇ ਸਟਰਕਚਰ ਨੂੰ ਬਣਾਉਣ ਦੇ ਵਿੱਚ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਰਾਈਟਿੰਗ ਟਾਸਕ 2 ਬਹੁਤ ਹੀ ਚੰਗੇ ਤਰੀਕੇ ਦੇ ਨਾਲ ਡਿਟੇਲ ਦੇ ਵਿੱਚ ਐਕਸਪਲੇਨ ਕਰਾਂਗੀ ਤਾਂ ਜੋ ਇਹਦੇ ਨਾਲ ਰਿਲੇਟਡ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣ। ਠੀਕ ਹੈ ਜੀ। ਹੁਣ ਇਹ ਜੋ ਰਾਈਟਿੰਗ ਟਾਸਕ 2 ਆਪਾਂ ਕਰਨਾ ਹੈ, ਇਹ ਰੀਸੈਂਟਲੀ ਐਗਜ਼ਾਮ ਦੇ ਵਿੱਚ ਰਿਪੀਟ ਹੋਇਆ ਹੈ 25 ਜੁਲਾਈ 2026 ਨੂੰ। ਠੀਕ ਹੈ। ਹੁਣ ਦੇਖੋ, ਸਭ ਤੋਂ ਪਹਿਲਾਂ ਆਪਾਂ ਚੰਗੀ ਤਰੀਕੇ ਨਾਲ ਇਹਦੀ ਸਟੇਟਮੈਂਟ ਨੂੰ ਰੀਡ ਕਰਦੇ ਹੈਗੇ ਆ। ਕਹਿੰਦੇ ਸਮ ਸਟੂਡੈਂਟਸ ਚੂਜ਼ ਟੂ ਵਰਕ ਔਰ ਟਰੈਵਲ। ਕੁਝ ਲੋਕ, ਜੋ ਕੁਝ ਬੱਚੇ ਹੈਗੇ, ਸਟੂਡੈਂਟ ਹੈਗੇ, ਚੂਜ਼ ਕਰਦੇ ਆ ਵਰਕ ਕਰਨਾ ਔਰ ਟਰੈਵਲ ਕਰਨਾ ਆਫਟਰ ਲੀਵਿੰਗ ਸਕੂਲਸ, ਸਕੂਲ ਛੱਡਣ ਤੋਂ ਬਾਅਦ, ਐਂਡ ਬਿਫੋਰ ਗੋਇੰਗ ਟੂ ਯੂਨੀਵਰਸਿਟੀ, ਯੂਨੀਵਰਸਿਟੀ ਜਾਣ ਤੋਂ ਪਹਿਲਾਂ। ਜਦੋਂ ਸਕੂਲ ਛੱਡਦੇ ਆ, ਉਹਨਾਂ ਨੇ ਯੂਨੀਵਰਸਿਟੀ ਜਾਣਾ ਹੁੰਦਾ, ਉਹਦੇ ਤੋਂ ਪਹਿਲਾਂ ਜਾਂ ਤੇ ਉਹ ਵਰਕ ਕਰਦੇ ਹੈਗੇ ਆ ਜਾਂ ਤੇ ਉਹ ਟਰੈਵਲ ਕਰਦੇ ਆ। ਠੀਕ ਹੈ ਜੀ। ਕਹਿੰਦੇ ਮੈਨੀ ਪੀਪਲ ਸੇ ਦੈਟ, ਬਹੁਤ ਸਾਰੇ ਲੋਕ ਕਹਿੰਦੇ ਆ ਵਰਕਿੰਗ ਐਕਸਪੀਰੀਅੰਸ ਇਜ਼ ਮੋਰ ਯੂਜ਼ਫੁਲ ਇਨ ਅਡਲਟ ਲਾਈਫ ਦੇ ਵਿੱਚ ਦੈਨ ਟਰੈਵਲਿੰਗ। ਕਹਿੰਦੇ ਕਾਫੀ ਸਾਰੇ ਬੱਚੇ, ਜੋ ਕਾਫੀ ਸਾਰੇ ਲੋਕ ਆ, ਉਹ ਕਹਿੰਦੇ ਆ ਕਿ ਜੋ ਵਰਕਿੰਗ ਐਕਸਪੀਰੀਅੰਸ ਹੈਗਾ ਵਾ ਉਹ ਬਹੁਤ ਜ਼ਿਆਦਾ ਯੂਜ਼ਫੁਲ ਹੈਗਾ ਟਰੈਵਲਿੰਗ ਦੇ ਨਾਲੋਂ। To what extent do you agree or disagree? ਤੁਸੀਂ ਕਿਸ ਹੱਦ ਤੱਕ ਇਹ ਸਟੇਟਮੈਂਟ ਦੇ ਨਾਲ ਐਗਰੀ ਜਾਂ ਡਿਸਐਗਰੀ ਹੋ? To what extent ਨੂੰ ਆਪਾਂ ਤਿੰਨ ਵੇ ਦੇ ਨਾਲ ਕਰ ਸਕਦੇ ਆ। ਤਿੰਨੇ ਵੇ ਕਲੀਅਰਲੀ ਸਮਝਣੀ ਹੈਗੇ ਤੁਸੀਂ। ਪਹਿਲਾ ਹੁੰਦਾ ਲਾਰਜਲੀ ਐਗਰੀ, ਜਿਹਦੇ ਵਿੱਚ ਕਿ ਤਿੰਨ ਵੀ ਬਣਦੇ ਆ, ਜਾਂ ਫਿਰ ਆਪਾਂ ਇਹਨੂੰ ਕੰਪਲੀਟਲੀ ਐਗਰੀ ਕਰ ਸਕਦੇ ਆ ਕਿ ਅਸੀਂ ਪੂਰੀ ਤਰੀਕੇ ਨਾਲ ਇਹ ਚੀਜ਼ ਨਾਲ ਸਹਿਮਤ ਆ ਕਿ ਹਾਂ ਜੋ ਵਰਕਿੰਗ ਹੈਗਾ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਟਰੈਵਲਿੰਗ ਦੇ ਨਾਲੋਂ। ਠੀਕ ਆ। ਜਾਂ ਫਿਰ ਆਪਾਂ ਇਹਨੂੰ ਪਾਰਸ਼ਲੀ ਕਰ ਸਕਦੇ ਆ। ਪਾਰਸ਼ਲੀ ਮਤਲਬ 50-50, ਵਰਕਿੰਗ ਵੀ ਇੰਪੋਰਟੈਂਟ ਹੈਗਾ ਹੈ ਤੇ ਟਰੈਵਲਿੰਗ ਵੀ ਇੰਪੋਰਟੈਂਟ ਹੈਗਾ। ਇਹ ਡਿਪੈਂਡ ਕਰਦਾ ਤੁਹਾਡੇ ਆਈਡੀਆਜ਼ ਤੇ ਕਿ ਤੁਹਾਨੂੰ ਕਿਹਦੇ ਰਿਲੇਟਡ ਆਈਡੀਆਜ਼ ਜਿਹੜੇ ਹੈਗੇ ਜ਼ਿਆਦਾ ਪਤਾ ਹੈ, ਕਿਹੜੀ ਵਾਲੀ ਸਾਈਡ ਤੇ। ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਜਿਹੜਾ ਹੈਗਾ, ਤੁਸੀਂ ਸਟੇਟਮੈਂਟ ਨੂੰ ਚੰਗੀ ਤਰੀਕੇ ਨਾਲ ਸਮਝਣਾ ਹੁੰਦਾ ਐਗਜ਼ਾਮ ਦੇ ਵਿੱਚ, ਕਿਉਂਕਿ ਜੋ ਤੁਸੀਂ ਕਾਲੀ ਕਾਲੀ ਦੇ ਵਿੱਚ ਸਟੇਟਮੈਂਟ ਨੂੰ ਰੀਡ ਕਰਕੇ ਲਿਖਣ ਦੀ ਕੋਸ਼ਿਸ਼ ਕਰਦੇ ਹੋ, ਇਹਦੇ ਨਾਲ ਕੀ ਹੁੰਦਾ ਹੈ ਕਿ ਕਈ ਵਾਰੀ ਬੱਚੇ ਪ੍ਰੋਪਰਲੀ ਸਟੇਟਮੈਂਟ ਨੂੰ ਰੀਡ ਹੀ ਨਹੀਂ ਕਰਦੇ ਤੇ ਜਦੋਂ ਤੁਸੀਂ ਇਹੀ ਨਹੀਂ ਸਮਝਿਆ ਕਿ ਤੁਹਾਨੂੰ ਕੁਐਸਚਨ ਦੇ ਵਿੱਚ ਪੁੱਛਿਆ ਕੀ ਗਿਆ ਹੈ ਤੇ ਜਵਾਬ ਕਿਸ ਚੀਜ਼ ਦਾ ਲਿਖੋਗੇ, ਇਹਦੇ ਨਾਲ ਤੁਸੀਂ ਆਊਟ ਆਫ ਟੌਪਿਕ ਲਿਖ ਸਕਦੇ ਹੈਗੇ ਹੋ। ਪ੍ਰੋਪਰਲੀ ਸਟਰਕਚਰ ਵਾਈਜ਼ ਨਹੀਂ ਲਿਖੋਗੇ, ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਪਲੈਨਿੰਗ ਕਰਨੀ ਮਸਟ ਹੁੰਦੀ ਆ। ਤੁਸੀਂ ਪਲਾਨ ਕਰਨਾ ਹੈ ਕਿ ਮੇਨ ਪੁਆਇੰਟ ਕੀ ਲਿਖੂੰਗੀ ਮੈਂ, ਐਕਸਪਲੇਨੇਸ਼ਨ ਕੀ ਦੇਣੀ ਹੈ, ਮੈਂ ਐਗਜ਼ਾਮਪਲ ਕੀ ਦੇਣੀ ਹੈਗੀ, ਸੈਕਿੰਡ ਮੇਨ ਪੁਆਇੰਟ ਮੈਂ ਕੀ ਦਵਾਂਗੀ, ਉਹਦੀ ਐਕਸਪਲੇਨੇਸ਼ਨ ਕੀ ਦਵਾਂਗੀ, ਉਹਦਾ ਐਗਜ਼ਾਮਪਲ ਤੇ ਰਿਜ਼ਲਟ ਕੀ ਕੱਢਾਂਗੀ, ਕਿ ਜਦੋਂ ਮੈਂ ਲਿਖਣ ਲੱਗਾ ਤੇ ਮੈਨੂੰ ਕੋਈ ਕਨਫਿਊਜ਼ਨ ਨਾ ਹੋਵੇ, ਤਾਂ ਜੋ ਮੈਂ ਸਮੂਥਲੀ ਰਾਈਟ ਕਰਦੀ ਜਾਵਾਂ, ਮੈਨੂੰ ਕੋਈ ਕਿਸੇ ਤਰੀਕੇ ਦੀ ਪ੍ਰੋਬਲਮ ਨਾ ਹੋਵੇ। ਠੀਕ ਹੈ ਬੱਚੇ। ਹੁਣ ਸਭ ਤੋਂ ਪਹਿਲਾਂ ਦੇਖੋ, ਆਪਾਂ ਇਹਦੇ ਐਗਰੀ ਦੀ ਜੇ ਗੱਲ ਕਰਦੇ ਆ ਕਿ ਟਰੈਵਲਿੰਗ ਜਿਹੜੀ ਹੈਗੀ ਆ ਉਹ ਕਿਉਂ ਨਹੀਂ ਇੰਪੋਰਟੈਂਟ ਵਰਕਿੰਗ ਐਕਸਪੀਰੀਅੰਸ ਦੇ ਨਾਲ, ਕਿਉਂਕਿ ਕਾਫੀ ਸਾਰੇ ਲੋਕ ਕਹਿੰਦੇ ਨੇ ਕਿ ਵਰਕਿੰਗ ਐਕਸਪੀਰੀਅੰਸ ਮੋਰ ਯੂਜ਼ਫੁਲ ਆ ਕਿਹਦੇ ਨਾਲੋਂ, ਟਰੈਵਲਿੰਗ ਦੇ ਨਾਲੋਂ। ਦੇਖੋ, ਜਦੋਂ ਆਪਾਂ ਵਰਕ ਕਰਦੇ ਆ ਨਾ, ਵਰਕ ਕਰਦੇ ਆ ਤੇ ਆਪਾਂ ਬਹੁਤ ਸਾਰੀਆਂ ਸਕਿੱਲਸ ਸਿੱਖਦੇ ਆ। ਮੇਨ ਗੱਲ ਤੇ ਸਕਿੱਲਸ ਕਿਹੜੀਆਂ? ਦੇਖੋ, ਮੈਂ ਓਪਰਚੁਨਿਟੀ ਮੈਨੂੰ ਮਿਲੀ ਹੈ, ਜੇ ਤੁਹਾਨੂੰ ਓਪਰਚੁਨਿਟੀ ਮਿਲੀ ਹੈ ਕਿਸੇ ਨਾਲ ਕੰਮ ਕਰਨ ਦੀ, ਯੂ ਕੈਨ ਲਰਨ ਅ ਲੋਟ ਆਫ ਸਕਿੱਲਸ ਲਾਈਕ ਸਚ ਐਸ ਰਿਸਪੌਂਸਿਬਿਲਿਟੀ। ਜਦੋਂ ਤੁਸੀਂ ਕਿਤੇ ਕੰਮ ਕਰਦੇ ਹੋ, ਤੁਹਾਨੂੰ ਕੋਈ ਟਾਸਕ ਦਿੱਤਾ ਜਾਂਦਾ ਹੈ, ਤੁਹਾਡੀ ਜ਼ਿੰਮੇਵਾਰੀ ਹੁੰਦੀ ਆ। ਠੀਕ ਹੈ। ਰਿਸਪੌਂਸਿਬਿਲਿਟੀ, ਕਮਿਊਨੀਕੇਸ਼ਨ, ਪ੍ਰੋਬਲਮ ਸੋਲਵਿੰਗ ਸਕਿੱਲਸ, ਟੀਮ ਮੈਨੇਜਮੈਂਟ, ਕੋਆਪਰੇਸ਼ਨ, ਇਦਾਂ ਦੀਆਂ ਚੀਜ਼ਾਂ ਤੁਸੀਂ ਸਿੱਖਦੇ ਹੋ। ਤੇ ਜਦੋਂ ਤੁਸੀਂ ਇਦਾਂ ਦੇ ਸਿੱਖਦੇ ਹੋ, ਇਹ ਤੁਹਾਡੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਗਰੋਥ ਦਿੰਦੀ ਹੈ। ਇਹਦੇ ਨਾਲ ਬੰਦਾ ਹੋਰ ਜ਼ਿਆਦਾ ਕੌਨਫੀਡੈਂਸ ਹੁੰਦਾ ਹੈ। ਠੀਕ ਹੈ ਜੀ। ਦੂਸਰੀ ਸਾਈਡ ਆਪਾਂ ਕਹਿ ਸਕਦੇ ਕਿ ਜਦੋਂ ਆਪਾਂ ਅਰਨਿੰਗ ਕਰਨੀ ਸਟਾਰਟ ਕਰ ਦਿੰਦੇ ਹਾਂ ਤੇ ਇਦਾਂ ਆਪਾਂ ਫਾਈਨੈਂਸ਼ੀਅਲੀ ਜਿਹੜੇ ਹੈਗੇ ਆ ਸਟਰੋਂਗ ਹੋ ਜਾਂਦੇ ਆ। ਆਪਾਂ ਆਪਣੇ ਪੇਰੈਂਟਸ ਤੇ ਕੱਲ ਨੂੰ ਪ੍ਰੈਸ਼ਰ ਨਹੀਂ ਪਾ ਸਕਦੇ, ਆਪਾਂ ਖੁਦ ਆਪਣੀ ਯੂਨੀਵਰਸਿਟੀ ਦੀ ਫੀਸ ਮੈਨੇਜ ਕਰ ਸਕਦੇ, ਆਪਣੇ ਟਿਊਸ਼ਨ ਐਕਸਪੈਂਸਿਸ ਮੈਨੇਜ ਕਰ ਸਕਦੇ, ਸਟੱਡੀ ਮਟੀਰੀਅਲ ਆਪਾਂ ਬਾਏ ਕਰ ਸਕਦੇ ਹੈਗੇ ਆ। ਤੇ ਕਿਤੇ ਨਾ ਕਿਤੇ ਆਪਾਂ ਜਦੋਂ ਕਮਾਵਾਂਗੇ ਤੇ ਆਪਾਂ ਨੂੰ ਮਨੀ ਦੀ ਵੈਲਿਊ ਵੀ ਪਤਾ ਲੱਗੇਗੀ। ਜੇ ਤੁਹਾਨੂੰ ਇੱਕ ਸਾਈਡ ਦੇ ਚੰਗੀ ਤਰੀਕੇ ਦੇ ਨਾਲ ਆਈਡੀਆਜ਼ ਪਤਾ ਹੈਗੇ, ਤੁਸੀਂ ਕੰਪਲੀਟਲੀ ਐਗਰੀ ਜਾ ਸਕਦੇ ਹੈਗੇ ਹੋ। ਹੁਣ ਮੈਨੂੰ ਇਦਾਂ ਲੱਗਦਾ ਕਿ ਹਾਂ ਸਹੀ ਗੱਲ ਆ, ਵਰਕਿੰਗ ਦੇ ਮੇਰੇ ਕੋਲ ਕੁਝ ਆਈਡੀਆਜ਼ ਹੈਗੇ ਆ ਤੇ ਇਹਦੇ ਨਾਲ ਮੈਂ ਇੱਥੇ ਕੰਪਲੀਟਲੀ ਐਗਰੀ ਜਾਊਂਗੀ। ਤੁਸੀਂ ਪਾਰਸ਼ਲੀ ਐਗਰੀ ਵੀ ਜਾ ਸਕਦੇ, ਇੱਕ ਬੀਪੀ ਦੇ ਵਿੱਚ ਦੱਸ ਸਕਦੇ ਹੋ ਕਿ ਟਰੈਵਲਿੰਗ ਦੇ ਕੀ ਬੈਨੀਫਿਟ ਹੈਗੇ। ਦੂਸਰੇ ਤੁਸੀਂ ਦੱਸ ਸਕਦੇ ਕਿ ਵਰਕਿੰਗ ਦੇ ਕੀ ਹੁੰਦੇ, ਉਹ ਪਾਰਸ਼ਲੀ ਹੁੰਦਾ ਹੈ। ਬਟ ਤੁਸੀਂ ਸਟੇਟਮੈਂਟ ਦੇ ਵਿੱਚ ਇਹ ਚੀਜ਼ ਜ਼ਰੂਰ ਮੈਂਸ਼ਨ ਕਰਨੀ ਹੈ ਕਿ ਮੈਂ ਪਾਰਸ਼ਲੀ ਜਾਣਾ ਹੈਗਾ। ਠੀਕ ਹੈ। ਅਗਰ ਤੁਹਾਨੂੰ ਇਹ ਚੀਜ਼ ਦੇ ਵਿੱਚ ਡਾਊਟ ਹੈ ਕਿ ਰਾਈਟਿੰਗ ਟਾਸਕ 2 ਦੇ ਟਾਈਪਸ ਨੂੰ ਕਿਸ ਵੇ ਦੇ ਨਾਲ ਲਿਖਣਾ ਤੇ ਐਕਚੁਅਲੀ ਦੇ ਵਿੱਚ ਰਾਈਟਿੰਗ ਟਾਸਕ 2 ਦੇ ਟਾਈਪ ਕਿੰਨੇ ਹੁੰਦੇ ਆ, ਤਾਂ ਮੈਨੂੰ ਇੱਕ ਵਾਰੀ ਕਮੈਂਟ ਕਰ ਦਿਓ ਰਾਈਟਿੰਗ ਟਾਸਕ 2 ਟਾਈਪਸ, ਤੇ ਮੈਂ ਉਹਨਾਂ ਤੇ ਇੱਕ ਵੀਡੀਓ ਬਣਾਉਂਗੀ ਜਿਹਦੇ ਵਿੱਚ ਮੈਂ ਡਿਟੇਲ ਦੇ ਵਿੱਚ ਹਰੇਕ ਟਾਈਪ ਨੂੰ ਐਕਸਪਲੇਨ ਕਰੂੰਗੀ ਤੇ ਸਟਰਕਚਰ ਨੂੰ ਵੀ ਐਕਸਪਲੇਨ ਕਰਾਂਗੀ ਕਿ ਕਿੱਦਾਂ ਤੁਸੀਂ ਰਾਈਟਿੰਗ ਟਾਸਕ 2 ਦੇ ਟਾਈਪਸ ਨੂੰ ਰਾਈਟ ਕਰਨਾ ਹੈਗਾ ਹੈ। ਠੀਕ ਹੈ ਜੀ। ਦੇਖੋ ਬੱਚੇ, ਇੰਟਰੋਡਕਸ਼ਨ ਲਿਖਣ ਲਈ ਸਾਡੇ ਕੋਲ ਦੋ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ, ਪਹਿਲਾ ਰੀਫਰੇਜ਼ਿੰਗ ਤੇ ਦੂਸਰਾ ਥੀਸਿਸ ਲਾਈਨ। ਠੀਕ ਹੈ ਜੀ। ਹੁਣ ਦੇਖੋ, ਪਹਿਲਾਂ ਆਪਾਂ ਰੀਫਰੇਜ਼ਿੰਗ ਕਰਾਂਗੇ। ਰੀਫਰੇਜ਼ਿੰਗ ਕੀ ਹੁੰਦੀ ਹੈ? ਜਾਂ ਤਾਂ ਤੁਸੀਂ ਇਹਨੂੰ ਰੀਡ ਕਰਕੇ ਆਪਣੀ ਵਰਡਿੰਗ 'ਚ ਲਿਖ ਸਕਦੇ ਹੋ ਜਾਂ ਤੁਸੀਂ ਸਿਨੋਨਿਮਸ ਐਡ ਕਰ ਸਕਦੇ ਹੋ। ਠੀਕ ਹੈ ਜੀ। ਜਿਵੇਂ ਜੇ ਆਪਾਂ ਸਿਨੋਨਿਮਸ ਐਡ ਕਰਦੇ ਆ ਤਾਂ ਆਪਾਂ ਕਹਿ ਸਕਦੇ ਆ ਸਮ ਸਟੂਡੈਂਟਸ ਨੂੰ ਕਹਿ ਸਕਦੇ ਆ ਸਮ ਲਰਨਰਸ,
ਚੂਜ਼ ਨੂੰ ਪ੍ਰੈਫਰ ਕਰਦੇ ਆ ਵਰਕ ਕਰਨਾ ਐਂਡ ਟਰੈਵਲ ਕਰਨਾ ਆਫਟਰ ਲੀਵਿੰਗ ਸਕੂਲ। ਸਿੰਪਲ ਆਪਾਂ ਕਹਿ ਦਾਂਗੇ ਬਿਫੋਰ ਗੋਇੰਗ ਟੂ ਯੂਨੀਵਰਸਿਟੀ ਜਾਣ ਤੋਂ ਪਹਿਲਾਂ। ਮੈਨੀ ਪੀਪਲ ਮੈਨੀ ਇੰਡੀਵਿਜੂਅਲ ਲਿਖ ਦਾਂਗੇ, ਥਿੰਕ ਡੈਟ ਲਿਖ ਦਾਂਗੇ। ਵਰਕਿੰਗ ਐਕਸਪੀਰੀਅੰਸ ਇਜ਼ ਮੋਰ ਯੂਜ਼ਫੁਲ ਤਾਂ ਆਪਾਂ ਲਿਖ ਸਕਦੇ ਇੱਥੇ ਮੋਰ ਬੈਨੀਫੀਸ਼ੀਅਲ ਆ ਇਨ ਅਡਲਟ ਲਾਈਫ ਦੇ ਵਿੱਚ ਦੈਨ ਟਰੈਵਲਿੰਗ ਦੇ ਨਾਲੋਂ। ਠੀਕ ਹੈ, ਇਦਾਂ ਆਪਾਂ ਜਿਹੜੀ ਹੈਗੀ ਇਹਦੀ ਰੀਫਰੇਜ਼ਿੰਗ ਕਰ ਸਕਦੇ ਸਿੰਪਲ ਵੇ ਦੇ ਵਿੱਚ। ਫਿਰ ਨੂੰ ਪੁੱਛੇ ਤੁਸੀਂ ਕਿਸ ਹੱਦ ਤੱਕ ਐਗਰੀ ਹੋ, ਸਿੰਪਲ ਤੁਸੀਂ ਆਈ ਐਗਰੀ ਨਹੀਂ ਲਿਖੋਗੇ, ਆਪਣੀ ਹੱਦ ਦੱਸਣੀ ਆ ਕੰਪਲੀਟਲੀ ਆ ਜਾਂ ਪਾਰਸ਼ਲੀ। ਅਗਰ ਤੁਸੀਂ ਸਿੱਧਾ ਐਗਰੀ ਲਿਖੋਗੇ ਤੇ ਤੁਹਾਨੂੰ ਟਾਸਕ ਰਿਸਪੌਂਸ ਦੇ ਵਿੱਚੋਂ ਬੈਨ ਨਹੀਂ ਹੋਣੇ, ਗੱਲ ਯਾਦ ਰੱਖਿਓ। ਠੀਕ ਹੈ, ਸੋ ਆਪਣੀ ਤੇ ਲਿਮਿਟ ਦੱਸਣੀ ਹੈ ਤੁਸੀਂ ਕਿਸ ਹੱਦ ਤੱਕ ਇਹ ਚੀਜ਼ ਨਾਲ ਸਹਿਮਤ ਹੈਗੇ ਹੋ। ਜੇ ਤੁਸੀਂ ਕੰਪਲੀਟਲੀ ਚੱਲੇ ਉੱਪਰ ਜ਼ਰੂਰ ਮੈਂਸ਼ਨ ਕਰਨਾ ਕਿ ਮੈਂ ਕੰਪਲੀਟਲੀ ਐਗਰੀ ਆ ਜਾਂ ਡਿਸਐਗਰੀ ਆ ਜਾਂ ਪਾਰਸ਼ਲੀ ਆ ਜਾਂ ਲਾਰਜਲੀ ਆ। ਠੀਕ ਹੈ ਜੀ, ਹੁਣ ਆਪਾਂ ਇਹਦੀ ਰੀਫਰੇਜ਼ਿੰਗ ਕਰਾਂਗੇ ਤੇ ਆਪਾਂ ਕਿਹਾ ਨਾਓ ਡੇਜ਼ ਜੋ ਸਮ ਲਰਨਰਸ ਆ ਮਤਲਬ ਜੋ ਕੁਝ ਸਟੂਡੈਂਟਸ ਹੈਗੇ ਆ ਪ੍ਰੈਫਰ ਕਰਦੇ ਆ, ਉੱਥੇ ਚੂਜ਼ ਲਿਖਿਆ ਸੀ ਆਪਾਂ ਪ੍ਰੈਫਰ ਕਹਿਤਾ। ਠੀਕ ਹੈ, ਪ੍ਰੈਫਰ ਕਰਦੇ ਆ ਟੂ ਵਰਕ ਕਰਨਾ ਤੇ ਟਰੈਵਲ ਕਰਨਾ ਬਿਫੋਰ ਗੋਇੰਗ ਟੂ ਯੂਨੀਵਰਸਿਟੀ ਜਾਣ ਤੋਂ ਪਹਿਲਾਂ। ਮੈਨੀ ਪੀਪਲ ਬਲੀਵ ਡੈਟ ਬਹੁਤ ਸਾਰੇ ਲੋਕ ਕੀ ਸੋਚਦੇ ਆ ਕਿ ਵਰਕ ਐਕਸਪੀਰੀਅੰਸ ਜਿਹੜਾ ਹੈਗਾ ਇਜ਼ ਮੋਰ ਬੈਨੀਫੀਸ਼ੀਅਲ ਹੈਗਾ ਵਾ ਫॉर ਅਡਲਟ ਲਾਈਫ ਦੇ ਲਈ। ਠੀਕ ਹੈ, ਦੈਨ ਟਰੈਵਲਿੰਗ ਦੇ ਨਾਲੋਂ। ਹੁਣ ਇਹ ਆਪਣੀ ਹੋ ਗਈ ਰੀਫਰੇਜ਼ਿੰਗ। ਹੁਣ ਆਪਾਂ ਥੀਸਿਸ ਲਾਈਨ ਲਿਖਾਂਗੇ ਜੇ ਤੋਂ ਐਗਜ਼ਾਮੀਨਰ ਨੂੰ ਪਤਾ ਲੱਗੇਗਾ ਕਿ ਮੈਂ ਕਿਸ ਸਾਈਡ ਚੱਲਣੀ ਹੈਗੀ ਆ, ਮੇਰੀ ਹੱਦ ਕੀ ਆ ਤੇ ਕਿਉਂ ਮੈਂ ਇਹ ਚੀਜ਼ ਸੋਚਦੀ ਹੈਗੀ ਆ। ਠੀਕ ਹੈ, ਤੇ ਮੈਂ ਕਿਹਾ ਆਈ ਕੰਪਲੀਟਲੀ ਐਗਰੀ ਵਿਦ ਦਿਸ ਸਟੇਟਮੈਂਟ। ਹੁਣ ਇਸ ਸਟੇਟਮੈਂਟ ਦੇ ਨਾਲ ਮੈਂ ਕੰਪਲੀਟਲੀ ਐਗਰੀ ਹੈਗੀ ਆ। ਕਿਉਂ ਐਗਰੀ ਆ? ਬਿਕੋਜ਼ ਜੇ ਤੁਸੀਂ ਕਾਰਨ ਨਹੀਂ ਦੱਸੋਗੇ ਤਾਂ ਵੀ ਪੂਰੇ ਸਕੋਰ ਨਹੀਂ ਹੋਣੇ। ਗੱਲ ਯਾਦ ਰੱਖਿਓ, ਆਪਣਾ ਓਪੀਨੀਅਨ ਤੇ ਉਹਦੇ ਰੀਜ਼ਨਸ ਇੰਟਰੋਡਕਸ਼ਨ ਦੇ ਵਿੱਚ ਹੀ ਕਲੀਅਰ ਕਰ ਦੇਣਾ ਤਾਂ ਜੋ ਐਗਜ਼ਾਮੀਨਰ ਨੂੰ ਆਈਡੀਆ ਹੋ ਜਾਏ ਕਿ ਤੁਸੀਂ ਫਰਦਰ ਕੀ ਲਿਖਣ ਚੱਲੇ ਹੋ। ਠੀਕ ਹੈ ਜੀ, ਤੇ ਮੈਂ ਕਿਹਾ ਆਈ ਕੰਪਲੀਟਲੀ ਐਗਰੀ ਇਸ ਸਟੇਟਮੈਂਟ ਦੇ ਨਾਲ ਕਿਉਂਕਿ ਇਟ ਹੈਲਪਸ ਯੰਗ ਪੀਪਲ ਡਿਵੈਲਪ ਪ੍ਰੈਕਟੀਕਲ ਸਕਿੱਲਸ। ਇਹਦੇ ਨਾਲ ਕੀ ਹੋ ਸਕਦਾ ਹੈ ਕਿ ਜੋ ਯੰਗ ਪੀਪਲ ਉਹ ਪ੍ਰੈਕਟੀਕਲ ਸਕਿੱਲ ਜਿਹੜੀਆਂ ਵਾ ਉਹ ਡਿਵੈਲਪ ਕਰ ਸਕਦੇ ਆ ਐਂਡ ਪ੍ਰਪੇਅਰਸ them ਆਪਣੇ ਆਪ ਨੂੰ ਪ੍ਰਪੇਅਰ ਕਰ ਸਕਦੇ ਆ ਫॉर देयर ਫਿਊਚਰ ਕੈਰੀਅਰਸ, ਆਪਣੇ ਫਿਊਚਰ ਕੈਰੀਅਰਸ ਦੇ ਲਈ ਆਪਣੇ ਆਪ ਨੂੰ ਪ੍ਰਪੇਅਰ ਕਰ ਸਕਦੇ ਆ। ਠੀਕ ਹੈ ਜੀ, ਇਹ ਆਪਣੀ ਹੋ ਗਈ ਇੰਟਰੋਡਕਸ਼ਨ। ਪਹਿਲਾਂ ਆਪਾਂ ਰੀਫਰੇਜ਼ਿੰਗ ਕੀਤੀ ਦੈਨ ਆਪਾਂ ਇਹਦੀ ਥੀਸਿਸ ਲਾਈਨ ਲਿਖੀ। ਠੀਕ ਹੈ ਜੀ, ਟਿਪੀ ਕਰਦੇ ਆ ਤੇ ਕਨੈਕਟ ਲਾਈਟ ਟੂ ਬਿਗਿਨ ਵਿਦ ਮਤਲਬ ਆਪਾਂ ਸਟਾਰਟ ਕਰਦੇ ਆ। ਜੋ ਪ੍ਰੀਡੋਮੀਨੈਂਟ ਰੀਜ਼ਨ ਇਜ਼ ਦੈਟ ਜੋ ਪ੍ਰਮੁੱਖ ਕਾਰਨ ਆ ਕਿ ਮੈਂ ਕਿਉਂ ਕੰਪਲੀਟਲੀ ਐਗਰੀ ਹੈਗੀ ਇਹ ਚੀਜ਼ ਨਾਲ, ਉਹ ਇਹ ਹੈ ਕਿ ਜੋ ਵਰਕ ਐਕਸਪੀਰੀਅੰਸ ਜਿਹੜਾ ਹੈਗਾ ਹੈ ਹੈਲਪਸ ਕਰਦਾ ਮਤਲਬ ਮਦਦ ਕਰਦਾ ਸਟੂਡੈਂਟ ਦੀ ਡਿਵੈਲਪ ਕਰਨ ਦੇ ਵਿੱਚ ਐਸੈਂਸ਼ੀਅਲ ਪ੍ਰੈਕਟੀਕਲ ਸਕਿੱਲਸ। ਹੁਣ ਐਗਜ਼ਾਮੀਨਰ ਕਹਿੰਦੇ ਕਿੱਦਾਂ ਪ੍ਰੈਕਟੀਕਲ ਸਕਿੱਲਸ ਜਿਹੜੀਆਂ ਡਿਵੈਲਪ ਹੁੰਦੀਆਂ ਤੇ ਮੈਂ ਕਨੈਕਟਰ ਲਾਇਆ ਇਨ ਅਦਰ ਵਰਡ ਜੋ ਕਿ ਐਕਸਪਲੇਨ ਕਰੇਗਾ ਇਹਨੂੰ ਫਰਦਰ। ਇਨ ਅਦਰ ਵਰਡਸ ਦਾ ਮਤਲਬ ਕਿ ਇਹਨੂੰ ਚੰਗੀ ਤਰੀਕੇ ਨਾਲ ਐਕਸਪਲੇਨ ਕਰਕੇ ਮੈਂ ਤੁਹਾਨੂੰ ਦੱਸਦੀ ਆ। ਤੇ ਮੈਂ ਕਿਹਾ ਇਹਨੂੰ ਫਰਦਰ ਐਕਸਪਲੇਨ ਕੀਤਾ ਆਪਾਂ ਤੇ ਆਪਾਂ ਕਿਹਾ when pupils get the opportunity to work with different peoples, ਜਦੋਂ ਬੱਚੇ opportunity get ਕਰਨਗੇ ਉਹ ਕੰਮ ਕਰਨਗੇ different peoples ਦੇ ਨਾਲ। ਫਿਰ ਕੀ ਹੁੰਦਾ ਜਦੋਂ ਤੁਸੀਂ when ਵਾਲਾ if ਵਾਲਾ ਤੇ although ਵਾਲਾ ਸੈਂਟੈਂਸ ਬਣਾਉਣਾ ਹੈ ਤੇ ਪਹਿਲੀ ਲਾਈਨ ਤੋਂ ਬਾਅਦ ਜ਼ਰੂਰ ਕੋਮਾ ਪਾਉਣਾ ਹੈ। ਪੰਚੁਏਸ਼ਨ ਹਮੇਸ਼ਾ ਧਿਆਨ ਰੱਖਣੀ ਹੈ ਕਿੱਥੇ ਕਿੱਥੇ ਪੈਣੀ ਹੈ। ਠੀਕ ਹੈ, ਸੋ ਕਹਿੰਦੇ ਜਦੋਂ ਪਿਊਪਲਸ ਮਤਲਬ ਬੱਚੇ ਓਪਰਚੁਨਿਟੀ ਗੈਟ ਕਰਨਗੇ ਕੰਮ ਕਰਨ ਦੀ ਡਿਫਰੈਂਟ ਪੀਪਲਸ ਦੇ ਨਾਲ ਦੇ ਕੈਨ ਲਰਨ ਵੈਲਿਊਏਬਲ ਸਕਿੱਲਸ। ਉਹ ਬਹੁਤ ਸਾਰੀਆਂ ਵੈਲਿਊਏਬਲ ਸਕਿੱਲਸ ਸਿੱਖ ਸਕਦੇ ਹੈਗੇ ਆ। ਕਿਹੜੀਆਂ ਸੱਚ ਐਸ ਪੈਕੇ ਸਾਰੀਆਂ ਲਿਖ ਦਿੰਨੀਆਂ। ਰਿਸਪੌਂਸਿਬਿਲਿਟੀ ਹੋ ਗਿਆ, टाइम मैनेजमेंट हो गया, टीम वर्क हो गया, कम्युनिकेशन एंड प्रॉब्लम स्किल्स। ये स्किल्स बहुत ज्यादा इंपॉर्टेंट आ। जो भी मैं कोई इदा का टास्क करवानी है तो मैं बच्चों को हमेशा किन्नी स्किल याद कर लो। क्यों? क्योंकि कल कोई भी तुम स्पोर्ट रिलेटेड टास्क आ सकता है तो ਉਹਦੇ ਨਾਲ ਤੁਸੀਂ स्किल्स लिख सकते हो कि जो कोई बच्चा स्पोर्ट टीम ਦੇ ਵਿੱਚ ਪਾਰਟਿਸਿਪੇਟ ਕਰਦਾ ਹੈਗਾ, स्पोर्ट्स ਦੇ ਵਿੱਚ ਪਾਰਟਿਸਿਪੇਟ ਕਰਦਾ ਹੈਗਾ, ग्रुप एक्टिविटीज ਦੇ ਵਿੱਚ ਪਾਰਟਿਸਿਪੇਟ ਕਰਦਾ ਹੈਗਾ तो ਸਾਰੀਆਂ स्किल्स ਨੂੰ ਸਿੱਖ ਸਕਦਾ ਤੇ ਇੱਕ ਬੀਪੀ ਪ੍ਰੋਪਰ ਤੁਹਾਡਾ ਸਕਿੱਲ ਦਾ ਬਣ ਸਕਦਾ ਹੈਗਾ। ਜਿਵੇਂ ਕਿ ਇਹਦਾ ਵੀ ਫਸਟ ਬੀਪੀ ਜਿਹੜਾ ਆਪਾਂ ਸਕਿੱਲਸ ਤੇ ਬਣਾ ਦਿੱਤਾ। ਠੀਕ ਹੈ ਜੀ, ਹੁਣ ਕਲੀਅਰ ਹੈ। ਆਪਾਂ ਮੇਨ ਪੁਆਇੰਟ ਦਿੱਤਾ, ਉਹਨੂੰ ਆਪਾਂ ਫਰਦਰ ਐਕਸਪਲੇਨ ਕੀਤਾ। ਨੈਕਸਟ ਆਪਾਂ ਕਿਹਾ these skills are crucial ਹੈਗੀਆਂ ਵਾ for both personal and professional success। ਹੁਣ ਜੋ ਇਹ ਵਾਲੀਆਂ ਸਕਿੱਲਸ ਹੈਗੀਆਂ ਇਹ crucial ਮਤਲਬ ਇੰਪੋਰਟੈਂਟ ਹੈਗੀਆਂ ਉਹਨਾਂ ਦੇ both personal ਦੇ ਲਈ ਵੀ ਤੇ professional success ਦੇ ਲਈ ਵੀ and cannot be developed। ਤੇ ਇਹ ਚੀਜ਼ਾਂ ਡਿਵੈਲਪ ਨਹੀਂ ਹੋ ਸਕਦੀਆਂ as effectively ਇੰਨੀ ਵਧੀਆ ਤਰੀਕੇ ਦੇ ਨਾਲ ਥਰੂ ਟਰੈਵਲਿੰਗ ਅਲੋਨ। ਜਦੋਂ ਆਪਾਂ ਇਕੱਲੇ ਟਰੈਵਲ ਕਰਦੇ ਸ਼ਾਇਦ ਆਪਾਂ ਇਹ ਚੀਜ਼ਾਂ ਇੰਨੇ ਵਧੀਆ ਤਰੀਕੇ ਦੇ ਨਾਲ ਉਦੋਂ ਸਿੱਖ ਨਹੀਂ ਸਕਦੇ। ਹੁਣ ਆਪਾਂ ਨੂੰ ਪ੍ਰੂਫ ਕਰਨ ਦੇ ਲਈ ਜਿਹੜੀ ਹੈਗੀ ਆ ਆਪਾਂ ਐਗਜ਼ਾਮਪਲ ਦਵਾਂਗੇ ਤੇ ਐਗਜ਼ਾਮਪਲ ਲਈ ਆਪਾਂ ਕਨੈਕਟ ਲਾਇਆ ਫॉर ਐਗਜ਼ਾਮਪਲ। ਠੀਕ ਹੈ ਜੀ, ਹੁਣ ਆਪਾਂ ਐਗਜ਼ਾਮਪਲ ਦੇ ਵਿੱਚ ਕੀ ਕਿਹਾ? ਆਪਾਂ ਕਿਹਾ ਅ ਸਟੂਡੈਂਟਸ ਹੂ ਵਰਕਸ ਇਨ ਏ
सुपरमार्केट स्टूडेंट ऐसे नहीं आएगा क्योंकि मैं ए पाया, एक स्टूडेंट की गल कर रही है, ठीक है। अ स्टूडेंट हु वर्क्स इन द सुपरमार्केट और रेस्टोरेंट्स, आपका एक बच्चा जो काम कर रहा है सुपरमार्केट्स दे विच रेस्टोरेंट्स दे विच लर्नस ना एस पाए, क्योंकि एक पर्सन की गल हो रही है, एक स्टूडेंट की गल हो रही है, वो लर्नस कर सकता है हाउ टू डील विद दी कस्टमर, कि कस्टमर्स दे नाल किवें डील करना है, वर्क अंडर प्रैशर, कि एक प्रैशर दे विच किदां काम करना हैगा है, एंड कोऑपरेट विद कलीग्स, ते अपने कलीग्स मतलब जिन्हां दे नाल काम कर रहा है उन्हां नाल कोऑपरेट करके किदां चलना है, ये सारा कुछ वो सीख सकता हैगा। फिर आपां इहदा रिजल्ट कढिया ते आपां क्या कनैक्ट लाया एज अ रिजल्ट these स्किल ਜਿਹੜੀਆਂ ਹੈਗੀਆਂ इंक्रीज ਕਰਨਗੀਆਂ ਉਹਨਾਂ ਦਾ ਕੌਨਫੀਡੈਂਸ एंड इंप्रूव ਕਰਨਗੀਆਂ फ्यूचर इंप्लॉयमेंट अपॉर्चुनिटीज, ਇਹਦੇ ਨਾਲ ਕੀ ਜੋ फ्यूचर इंप्लॉयमेंट अपॉर्चुनिटी ਉਹ ਵੀ इंक्रीज ਹੋਏਗੀ ਕਿਉਂਕਿ ਉਹਨਾਂ ਕੋਲ वर्क एक्सपीरियंस ਹੋਏਗਾ, ਨਾਲ ਉਹਨਾਂ ਨੂੰ ਆਲਰੇਡੀ ਇਹ ਸਕਿੱਲਸ ਪਤਾ ਹੋਣਗੇ ਕਿ ਕਿੱਦਾਂ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਹੈ ਤੇ ਕਿੱਦਾਂ ਕਸਟਮਰ ਦੇ ਨਾਲ ਡੀਲ ਕਰਨਾ ਹੈ, ਤੇ ਇਹਦੇ ਨਾਲ ਉਹਨਾਂ ਨੂੰ ਕੌਨਫੀਡੈਂਸ ਵੀ ਆਏਗਾ, ਕਿਉਂਕਿ ਜਦੋਂ ਫਸਟ ਟਾਈਮ ਬੰਦਾ ਕੰਮ ਕਰਦਾ ਥੋੜਾ ਹੈਜ਼ਿਟੇਟ ਫੀਲ ਕਰਦਾ ਹੈ, ਬਟ ਜੋ ਆਲਰੇਡੀ ਫੈਮਿਲੀਅਰ ਹੋਣਗੇ ਤਾਂ ਉਹਨਾਂ ਨੂੰ ਇੱਕ ਕੌਨਫੀਡੈਂਸ ਆਏਗਾ ਕਿ ਹਾਂ ਮੈਂ ਨਹੀਂ ਕੰਮ ਕਰ ਸਕਦਾ ਹੈ, ਠੀਕ ਹੈ ਜੀ। नेक्स्ट बीपी आप लिखा अनदर रीजन इज डेट, काफी सारे बच्चे अदर पा देंगे, अदर रीजन OTHE वाला अदर, जो कि गलत है। अदर का मतलब हुंदा है, अदर वर्ड का मतलब हुंदा है प्लूरल, ठीक है। अगर तुसी अदर रीजन पाने हो ग्रामेटिकली गलत हुंदा है, क्योंकि अदर का मतलब ज्यादा हुंदा है ते अनदर का मतलब हुंदा एक होर, मतलब एक सिंगुलर, ठीक है। ते अनदर दे नाल कदी भी दी नहीं आंदा, ये गल दा भी ध्यान रखना है। अनदर रीजन इज दैट जो वर्किंग आ ਉਹ ਅਲੋ ਕਰਦੀ ਹੈ ਲਰਨਰਸ ਨੂੰ ਟੂ ਬਿਕਮ ਫਾਈਨੈਂਸ਼ੀਅਲੀ ਇੰਡੀਪੈਂਡੈਂਟ, ਉਹ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਸਕਦੇ ਆ ਐਂਡ ਅੰਡਰਸਟੈਂਡ ਕਰ ਸਕਦੇ ਆ ਦੀ ਵੈਲਿਊ ਆਫ ਮਨੀ, ਅੰਡਰਸਟੈਂਡ ਕਰ ਸਕਦੇ ਆ ਕਿ ਮਨੀ ਦੀ ਕੀ ਵੈਲਿਊ ਉਹਨਾਂ ਦੀ ਲਾਈਫ ਦੇ ਵਿੱਚ, ਇੱਕ ਤੇ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਸਕਦੇ ਆ, ਇੱਕ ਮਨੀ ਦੀ ਵੈਲਿਊ ਨੂੰ ਅੰਡਰਸਟੈਂਡ ਕਰ ਸਕਦੇ ਹੈਗੇ। ਕਈ ਵਾਰੀ ਆਪਣੇ ਘਰ ਦੇ ਕਹਿੰਦੇ ਆ ਨਾ ਕਿ ਹਜੇ ਤੁਸੀਂ ਪੈਸੇ ਡੋਨੇ ਹੋ, ਜਦੋਂ ਕਮਾਓਗੇ ਤੁਹਾਨੂੰ ਪਤਾ ਲੱਗੇਗਾ ਵੀ ਕਿੰਨੀ ਮਿਹਨਤ ਨਾਲ ਕਮਾਏ ਜਾਂਦੇ। ਤਾਂ ਨਾਰਮਲੀ ਜਦੋਂ ਆਪਾਂ ਖੁਦ ਕਮਾਉਣਾ ਸ਼ੁਰੂ ਕਰ ਦਿੰਦੇ ਤਾਂ ਬੜੀ ਸੋਚ ਸਮਝ ਕੇ ਇਹਨੂੰ ਸਪੈਂਡ ਕਰਦੇ ਆ ਆਪਣੀ ਮਨੀ ਨੂੰ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿ ਕਿੰਨੇ ਹਾਰਡ ਵਰਕ ਤੋਂ ਬਾਅਦ ਆਪਾਂ ਇਹ ਗੈਟ ਕੀਤੀ ਹੈਗੀ ਆ, ਠੀਕ ਹੈ ਜੀ। ਹੁਣ ਨੈਕਸਟ ਆਪਾਂ ਨੂੰ ਐਕਸਪਲੇਨ ਕਰਦੇ ਹੈਗੇ ਤੇ ਆਪਾਂ ਕਨੈਕਟਰ ਲਾਇਆ ਟੂ ਐਕਸਪਲੇਨ ਇਟ। ਪਹਿਲੇ ਤੇ ਆਪਾਂ ਕਨੈਕਟਰ ਲਾਇਆ ਸੀ ਇਨ ਅਦਰ ਵਰਡਸ, ਤੇ ਇੱਥੇ ਆਪਾਂ ਕਨੈਕਟਰ ਲਾਵਾਂਗੇ ਟੂ ਐਕਸਪਲੇਨ, ਠੀਕ ਹੈ। ਐਕਸਪਲੇਨ ਇਟ ਦਾ ਮਤਲਬ ਕਿ ਫਰਦਰ ਨੂੰ ਚੰਗੀ ਤਰੀਕੇ ਨਾਲ ਐਕਸਪਲੇਨ ਕਰਕੇ ਦੱਸਦੇ ਆ। ਤੇ ਆਪਾਂ ਕਿਹਾ ਵਨਸ ਸਟੂਡੈਂਟ ਬਿਗੇਨ ਵਰਕਿੰਗ, ਜਦੋਂ ਬੱਚੇ ਨੇ ਇੱਕ ਵਾਰੀ ਵਰਕਿੰਗ ਸਟਾਰਟ ਕਰ ਦਿੱਤੀ ਫਿਰ ਕੀ ਹੋਏਗਾ, they are able to save money for their university education, ਉਹ ਆਪਣੀ ਯੂਨੀਵਰਸਿਟੀ ਐਜੂਕੇਸ਼ਨ ਦੇ ਲਈ ਕੀ ਕਰ ਸਕਦਾ ਹੈ, ਮਨੀ ਸੇਵ ਕਰ ਸਕਦਾ ਹੈ। ਰਿਡਿਊਸ ਦੀ ਫਾਈਨੈਂਸ਼ੀਅਲ ਪ੍ਰੈਸ਼ਰ ਔਨ देयर ਪੇਰੈਂਟਸ, ਤੇ ਇਹਦੇ ਨਾਲ ਜੋ ਫਾਈਨੈਂਸ਼ੀਅਲ ਪ੍ਰੈਸ਼ਰ ਉਹਨਾਂ ਦੇ ਪੇਰੈਂਟਸ ਤੇ ਪੈਂਦਾ ਹੈ ਉਹ ਘਟ ਜਾਏਗਾ, ਕਿਉਂਕਿ ਉਹ ਆਪਣੀ ਯੂਨੀਵਰਸਿਟੀ ਫੀਸ खुद आप मैनेज कर सकते हैं। एंड लर्न हाउ टू मैनेज देयर एक्सपेंसिस, ते लर्न कर सकते कि किद्दां अपने एक्सपेंसिस नू मैनेज करना है वाइजली, मतलब सियाणप दे नाल किद्दां मैं अपने खर्चे नू मैनेज करना है। एक्सपेंसिस हुंदा अपने खर्चे, ठीक है जी। हुण आपां एग्जांपल दिन्ने आ, एग्जांपल दे आपां लिखिआ मैनी स्टूडेंट्स फॉर इंस्टेंस, ਤੁਸੀਂ ਸੈਂਟਰ ਦੇ ਵਿੱਚ ਵੀ ਐਗਜ਼ਾਮਪਲ ਆ ਸਕਦੇ, ਜਿਵੇਂ ਅੱਧਾ ਥੋੜਾ ਜਿਹਾ ਲਿਖ ਕੇ ਉਸ ਤੋਂ ਬਾਅਦ ਕਾਮਾ ਪਾ ਕੇ ਫॉर ਇੰਸਟੈਂਸ ਦੈਨ ਫਿਰ ਕਾਮਾ ਪਾ ਦੇਣਾ ਹੈ, ਠੀਕ ਹੈ। ਅਗਰ ਇਦਾਂ ਲਿਖੋਗੇ ਤਾਂ ਬਹੁਤ ਵਧੀਆ ਹੋਊਗਾ ਤੁਹਾਡੇ ਲਈ। ਅਗਰ ਇਹਨੂੰ ਸਟਾਰਟਿੰਗ 'ਚ ਲਿਖਣਾ ਸਟਾਰਟਿੰਗ 'ਚ ਵੀ ਲਿਖ ਦੋਗੇ, ਪਰ ਇਦਾਂ ਬੈਡ ਸਪॉट ਪਲੱਸ ਜਾਣਗੇ ਤੁਹਾਡੇ, ਠੀਕ ਹੈ। ਤੁਸੀਂ ਰੀਡਿੰਗ ਕਈ ਵਾਰੀ ਕਰਦੇ ਹੋਗੇ ਤੇ ਰੀਡਿੰਗ ਦੇ ਵਿੱਚ ਕਾਏ ਇਦਾਂ ਕਰਕੇ ਉਹਨਾਂ ਨੇ ਲਿਖਿਆ ਹੁੰਦਾ ਹੈ ਕਾਮਾ ਪਾ ਕੇ ਫॉर ਐਗਜ਼ਾਮਪਲ, ਫਿਰ ਨੈਕਸਟ ਅੱਗੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੁੰਦੀ ਹੈ, ਠੀਕ ਹੈ ਜੀ। ਹੁਣ ਇਦਾਂ ਕਹਿੰਦੇ ਆ ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਫॉर ਇੰਸਟੈਂਸ ਟੇਕ पार्ट टाइम जॉब्स, बहुत सारे जो स्टूडेंट्स है वो पार्ट टाइम जॉब करते हैं एंड यूज देयर अर्निंग्स टू बाय ट्यूशन फीस, ते अपनी अर्निंग ਨੂੰ यूज करते हैं ट्यूशन फीस पे ਕਰਨ ਦੇ ਲਈ और बाय स्टडी मटीरियल्स ਨੂੰ ਖਰੀਦਣ ਦੇ ਲਈ। देयरफॉर इस करके दे बिकम मोर रिस्पॉन्सिबल, इस वे ਦੇ ਨਾਲੋਂ ਬਹੁਤ ਜ਼ਿਆਦਾ ਰਿਸਪੌਂਸਿਬਲ ਬਣਦੇ ਆ ਕਿਉਂਕਿ ਖੁਦ ਆਪਣੇ ਐਕਸਪੈਂਸਿਸ ਮੈਨੇਜ ਕਰਨਾ ਜਿਹੜਾ ਸਿੱਖ ਜਾਂਦੇ ਆ। ਹੁਣ ਆਪਾਂ ਆਪਣਾ ਕਨਕਲੂਜਨ ਬਣਾਵਾਂਗੇ। ਇਨ ਕਨਕਲੂਜਨ ਆਪਾਂ ਕਿਹਾ, ਹੁਣ ਇਹ ਗੱਲ ਯਾਦ ਰੱਖਣੀ, ਕਨਕਲੂਜਨ ਦੇ ਵਿੱਚ ਕਦੇ ਵੀ ਤੁਸੀਂ ਐਕਸਟਰਾ ਪੁਆਇੰਟ ਨਹੀਂ ਦੇਣਾ। ਅਗਰ ਐਕਸਟਰਾ ਪੁਆਇੰਟ ਦੋਗੇ ਤਾਂ ਤੁਹਾਡਾ ਥਰਡ ਬੀਪੀ ਕੰਸੀਡਰ ਕੀਤਾ ਜਾਏਗਾ। ਜੋ ਤੁਸੀਂ BP1 BP2 ਚ ਲਿਖਿਆ ਉਹੀ ਕਨਕਲੂਡ ਕਰਕੇ ਲਿਖਣਾ ਹੁੰਦਾ ਹੈ। ਤਾਂ ਆਪਾਂ ਕਿਹਾ ਇਟ ਇਜ਼ ਕਲੀਅਰ ਡੈਟ, ਕਿ ਬਿਲਕੁਲ ਕਲੀਅਰ ਹੈ ਵਰਕਿੰਗ ਇਜ਼ ਮੋਰ ਸਿਗਨੀਫੀਕੈਂਟ ਆ, मतलब बहुत ज्यादा इंपॉर्टेंट है देन ट्रैवलिंग दे नालों, बिकॉज इट नॉट ओनली ना सिर्फ डिवेलप्स कर दिया एसेंशियल प्रैक्टिकल स्किल्स नु, बट आल्सो प्रिपेयर कर दिया लर्नर्स नु फॉर फाइनेंशियल एंड प्रोफेशनल सक्सेस ਦੇ ਲਈ, ਠੀਕ ਹੈ ਜੀ। ਜੋ ਵੀ ਤੁਹਾਡਾ ਜਿਹੜੀ ਸਾਈਡ ਤੁਸੀਂ ਐਗਰੀ ਸੀ, ਜੋ ਵੀ ਉਹਦਾ ਪੁਆਇੰਟ ਸੀ ਉਹਨੂੰ ਨੋਟ ਓਨਲੀ ਬਟ ਆਲਸੋ ਪਾ ਕੇ ਲਿਖਤਾ, ਜੋ BP1 ਤੇ BP2 ਦੇ ਵਿੱਚ ਲਿਖਿਆ ਹੋਇਆ ਸੀ। ਕਲੀਅਰ ਹੈ ਜੀ। ਇਹ ਐਗਜ਼ਾਮ ਦੇ ਵਿੱਚ ਆਇਆ ਹੋਇਆ ਟਾਸਕ ਆ, ਠੀਕ ਹੈ। ਮੇਕ ਸ਼ੋਰ ਕਿ ਤੁਹਾਡੇ ਜਿੰਨੇ ਵੀ ਡਾਊਟ ਆ ਰਾਈਟਿੰਗ ਸਟਰਕਚਰ ਨੂੰ ਲੈ ਕੇ ਕਲੀਅਰ ਹੋ ਜਾਣਗੇ। ਮੈਂ ਜਲਦੀ ਇੱਕ ਵੀਡੀਓ ਬਣਾਵਾਂਗੀ ਜਿਹਦੇ ਵਿੱਚ ਸਾਰੇ ਰਾਈਟਿੰਗ ਟਾਸਕ 2 ਦੇ ਸਟਰਕਚਰ ਜਿਹੜੇ ਹੈਗੇ ਆ ਉਹ ਮੈਂ ਤੁਹਾਨੂੰ ਸਮਝਾਵਾਂਗੀ ਔਰ ਟਾਈਪ ਵੀ ਦੱਸਾਂਗੀ। ਉਹਨਾਂ ਤੋਂ ਬਾਅਦ ਤੁਹਾਨੂੰ ਐਗਜ਼ਾਮ ਦੇ ਵਿੱਚ ਕੋਈ ਵੀ टाइप नहीं आएगी, जस्ट उन्हें टाइप ਨੂੰ ਚੰਗੀ ਤਰ੍ਹਾਂ ਕਲੀਅਰ ਕਰ ਲਓ, ਉਹਨਾਂ ਦੇ ਸਟਰਕਚਰ ਇੱਕ ਵਾਰੀ ਕਲੀਅਰ ਕਰ ਲਿਓ, ਠੀਕ ਹੈ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।